ਕੌਮੀ ਹਾਕੀ ਟੀਮ ਦੀ ਗੱਲ ਕਰਦੇ ਪਏ ਸਗਾਂ ਹਾਲੈਂਡ ਵਿੱਚ ਡੇਰੇ ਲਾ ਲੈਣੇ ਨੇ ਤੇ ਉਮੀਦ ਕਰਦੇ ਹਾਂ ਕੁਝ ਪਰਫਾਰਮੈਂਸ ਵਿੱਚ ਵੀ ਬਿਹਤਰੀ ਆਏਗੀ। ਤਕਰੀਬਨ ਕਰੋੜਾਂ ਰੁਪਇਆ ਦੇ ਦਿੱਤਾ ਗਿਆ ਹੈ ਟੀਮ ਨੂੰ, 110 ਡੇਲੀ ਅਲਾਊਂਸ ਦਾ ਮਸਲਾ ਵੀ ਹੱਲ ਹੋ ਗਿਆ ਹੈ। ਹਾਲੈਂਡ ਦੇ ਬੜੇ ਜ਼ਬਰਦਸਤ ਇਹਨਾਂ ਨੂੰ ਗੋਰੇ ਕੋਚ ਵੀ ਲੱਭ ਚੁੱਕੇ ਨੇ ਤੇ ਫਿਰ ਵੀ ਪਰਫਾਰਮੈਂਸ ਉਹ ਪ੍ਰੋ ਲੀਗਰ ਹੀ ਰਹੇਗੀ ਤੇ ਬੜੀ ਮਾਯੂਸੀ ਹੋਏਗੀ। ਕਪਤਾਨ ਵੀ ਸਾਡੇ ਨਏ ਨੇ ਮੁਹੰਮਦ ਅਬੂ ਬਕਰ, ਟੈਲੈਂਟਡ ਖਿਲਾੜੀ ਨੇ। ਉਹ ਦੂਜੇ ਪਾਸੇ ਇਮਾਦ ਬੱਟ ਬਤੌਰ ਖਿਲਾੜੀ ਤੁਹਾਨੂੰ ਪਤਾ ਹੈ ਪਰਫਾਰਮ ਕਰਨਗੇ। ਮੀਆਂ ਸਾਹਿਬ ਤੁਹਾਨੂੰ ਕੀ ਲੱਗਦਾ? ਅਸੀਂ ਤਾਂ ਇਹ ਕਹਿੰਦੇ ਹਾਂ ਚਲੋ ਯਾਰ ਨਾ ਵੀ ਅਸੀਂ ਜਿੱਤੀਏ, ਘੱਟ ਤੋਂ ਘੱਟ ਕੋਈ ਜਿਹੜਾ ਫਾਈਟਿੰਗ ਦਾ ਇੱਕ ਜਜ਼ਬਾ, ਇੱਕ ਇੰਟੈਂਟ ਉਹ ਨਜ਼ਰ ਆਣੀ ਚਾਹੀਦੀ ਤੇ ਅਸੀਂ ਹੁਣ ਬਚ ਜਾਾਂਗੇ ਉਹ ਪੁਰਾਣੀ ਚੀਜ਼ਾਂ ਤੋਂ 7-0 8-0 ਜਿਹੜਾ ਚੱਲਦਾ ਰਿਹਾ ਸੀ। ਮੈਂ ਮੁਫਾਦ ਸਾਹਿਬ ਤੁਹਾਨੂੰ ਦੱਸ ਦਿਆਂ ਕਿ ਪਾਕਿਸਤਾਨ ਹਾਕੀ ਟੀਮ ਦੇ ਨਾਲ ਪਾਕਿਸਤਾਨੀ ਕੋਚ ਦਾ ਜਿਹੜਾ ਤਜਰਬਾ ਹੈਗਾ ਨਾ ਉਹ ਨਾਕਾਮ ਰਿਹਾ ਹੈ। ਕਈ ਦਫਾ ਅਸੀਂ ਐਕਸਪੈਰੀਮੈਂਟ ਕੀਤੇ ਨੇ ਲੇਕਿਨ ਸਾਡੇ ਜਿਹੜੇ ਕੋਚਿਸ ਹੈ ਨੇ ਉਹ ਆਇਆ ਕਿ ਹਾਲਾਂਕਿ ਸਾਡੇ ਕੋਲ FIH ਮਾਸਟਰ ਕੋਚ ਵੀ ਮੌਜੂਦ ਹੈਗੇ ਸੀ, ਤਾਰਜਮਾਨ ਸਾਹਿਬ ਜੀ ਵਗੈਰਾ, ਠੀਕ ਹੈ, ਲੇਕਿਨ ਅੱਛੀ ਪਰਫਾਰਮੈਂਸ ਦਾ ਮੁਜ਼ਾਹਰਾ ਨਹੀਂ ਹੋ ਸਕਿਆ। ਮੈਂ ਦੇਖਿਆ ਹੈ ਕਿ ਜਦੋਂ ਵੀ ਗੈਰ ਮੁਲਕੀ ਕੋਚ, ਗੋਰਾ ਕੋਚ ਪਾਕਿਸਤਾਨ ਹਾਕੀ ਟੀਮ ਦੇ ਨਾਲ ਅਟੈਚ ਹੁੰਦਾ ਹੈ ਰਿਜ਼ਲਟ ਪੋਜ਼ਿਟਿਵ ਆਉਂਦੇ ਗਏ ਨੇ। ਇਹ ਹੁਣ ਹਾਲ ਹੀ ਦੇ ਵਿੱਚ ਜਿਹੜੇ ਜਨੂਬੀ ਕੋਰੀਆ ਦੀ ਟੀਮ ਆਈ ਸੀ, ਜਨੂਬੀ ਕੋਰੀਆ ਦੀ ਟੀਮ ਲੋਕ ਕਹਿੰਦੇ ਨੇ ਕਿ ਇਹ ਕਮਜ਼ੋਰ ਟੀਮ ਹੈਗੀ ਸੀ। ਕਮਜ਼ੋਰ ਟੀਮ ਨਹੀਂ ਗਈ, ਕੋਰੀਆ ਦੀ ਟੀਮ ਕਦੀ ਵੀ ਕਮਜ਼ੋਰ ਟੀਮ ਨਹੀਂ ਰਹੀ। ਇਹਦਾ ਹੈਗਾ ਸੀ ਕਿ ਸਾਡੇ ਜਿਹੜੇ ਮੁੰਡੇ ਨੇ ਇਸ ਦਫਾ ਇਹਨਾਂ ਨੇ ਖੇਲਿਆ ਹੀ ਬਹੁਤ ਅੱਛਾ ਹੈਗਾ ਸੀ, ਠੀਕ ਹੈ। ਅੱਛਾ, ਇਸ ਤੋਂ ਪਹਿਲੇ ਪਾਕਿਸਤਾਨ ਹਾਕੀ ਫੈਡਰੇਸ਼ਨ ਨੇ ਰੌਲੈਂਟ ਓਲਡਮੈਨ ਜਿਹੜੇ ਗਏ ਸੀ ਨਾ, ਕਾਫੀ ਅਰਸਾ ਪਾਕਿਸਤਾਨ ਟੀਮ ਦੇ ਨਾਲ ਕੋਚ ਰਹੇ ਨੇ ਔਰ ਉਹਨਾਂ ਦੀ ਕਪਤਾਨ ਆਪਣਾ ਕੋਚਿੰਗ ਦੇ ਵਿੱਚ ਪਾਕਿਸਤਾਨ ਟੀਮ ਨੇ ਬੜੀ ਅੱਛੀ ਪਰਫਾਰਮੈਂਸ ਦਾ ਮੁਜ਼ਾਹਰਾ ਕੀਤਾ। ਹੁਣ ਚੂੰਕਿ ਹਾਲੈਂਡ ਕੋਚ ਆ ਗਏ ਨੇ, ਬਾਕੀ ਹੋਰ ਵੀ ਨਾਲ ਗੈਰ ਮੁਲਕੀ ਕੋਚਿਸ ਹੈਗੇ ਨੇ ਤੇ ਮੈਂ ਸਮਝਦਾ ਵਾਂ ਕਿ ਇੱਕ ਅੱਛਾ ਜਿਹੜਾ ਗਾ ਨਾ ਇੱਕ ਇਜ਼ਾਫਾ ਹੋਇਆ। ਔਰ ਸਭ ਤੋਂ ਵੱਡੀ ਜਿਹੜੀ ਗੱਲ ਹੈ ਨਾ, ਕਪਤਾਨ ਤਬਦੀਲ ਹੋ ਗਿਆ। ਕਪਤਾਨ ਉਹ ਹੈਗਾ ਹੈ ਕਿ ਬੇਸਿਕਲੀ ਜਿੰਦੀ ਅਪਰੋਚ ਔਰ ਸੋਚ ਹੈਗੀ ਹੈ ਕਿ ਟੀਮ ਨੂੰ ਜਿਤਵਾਉਣਾ ਹੈਗਾ ਹੈ, ਫਾਈਟ ਕਰਨੀ ਹੈਗੀ ਹੈ। ਤਾਂ ਮੇਰਾ ਖਿਆਲ ਹੈ ਕਿ ਇੰਗਲੈਂਡ ਦੀ ਨੋ ਡਾਊਟ ਪਹਿਲਾ ਜਿਹੜਾ ਵਰਲਡ ਕੱਪ ਦਾ ਜਿਹੜਾ ਮੈਚ ਹੈਗਾ ਹੈ ਉਹ ਇੰਗਲੈਂਡ ਦੇ ਨਾਲ ਹੈਗਾ। ਇੰਗਲੈਂਡ ਬੜੀ ਵੱਡੀ ਇੱਕ ਟੀਮ ਹੈਗੀ ਹੈ, ਲੇਕਿਨ ਮੇਰਾ ਖਿਆਲ ਹੈ ਕਿ ਅਗਰ ਸਾਡੇ ਜਿਹੜੇ ਮੁੰਡੇ ਹੈਗੇ ਨੇ ਇਹ ਵੀ ਹੌਸਲੇ ਵੱਡੇ ਰੱਖ ਕੇ ਖੇਲਣ, ਭਰਪੂਰ ਤਿਆਰੀਆਂ ਦੇ ਨਾਲ ਜਾਣ ਔਰ ਇਹਨਾਂ ਦਾ ਉਹ ਜਿਹੜਾ ਹੁੰਦਾ ਹੈ ਨਾ, ਜਿਹੜੇ ਮੁੰਡੇ ਮਾਜ਼ੀ ਦੇ ਵਿੱਚ ਕਰਦੇ ਰਹੇ ਨੇ ਕਿ ਸੋਸ਼ਲ ਮੀਡੀਆ ਤੇ ਸੈਲਫੀਆਂ ਲੈ ਲਈਆਂ, ਹੋਟਲਾਂ ਦੀਆਂ ਜਿਹੜੀਆਂ ਵੀਡੀਓ ਬਣਾ ਕੇ ਭੇਜ ਦਿੱਤੀਆਂ, ਘਰ ਵਾਲਿਆਂ ਨੂੰ ਦਿਖਾਈਆਂ ਔਰ ਬੱਲੇ ਬੱਲੇ ਜਿਹਨੂੰ ਕਹਿੰਦੇ ਨੇ ਸ਼ੋਸ਼ਾ ਜਿਹੜੀ ਹੈਗੀ ਹੈ ਨਾ, ਸ਼ੋਸ਼ਾ ਨਹੀਂ ਹੈਗੀ। ਬੇਸਿਕਲੀ ਖਿਲਾੜੀਆਂ ਦੀ ਸ਼ੋਸ਼ਾ ਇਹੋ ਹੀ ਹੈਗੀ ਹੈ ਕਿ ਅੱਛੀ ਤੋਂ ਅੱਛੀ ਪਰਫਾਰਮੈਂਸ ਦੇਣ। ਜਦੋਂ ਇਹ ਅੱਛੀ ਪਰਫਾਰਮੈਂਸ ਦਿਖਾਣਗੇ ਪੂਰਾ ਹੀ ਪਾਕਿਸਤਾਨ ਇਹਨਾਂ ਨੂੰ ਜਿਹੜੇ ਹੈਗੇ ਨੇ ਨਾ ਐਪਰੀਸ਼ੀਏਟ ਵੀ ਕਰੇਗਾ, ਇਹਨਾਂ ਨੂੰ ਸਰਾਹੇਗਾ ਵੀ। ਤੇ ਮੇਰਾ ਖਿਆਲ ਹੈ ਕਿ ਇਹਨਾਂ ਨੇ ਉਹ ਜਿਹੜੇ ਮਾਜ਼ੀ ਕਰੀਬ ਦੇ ਵਿੱਚ ਜਿਹੜੇ ਹੈਗੇ ਨੇ ਨਾ, ਜਿਹੜੇ ਖੇਲ ਦੀ ਬਜਾਏ ਇਹਨਾਂ ਦੀ ਤਵੱਜੋ ਦੂਸਰੀ ਤਰਫ ਹੁੰਦੀ ਰਹੀ ਸੀ, ਇਹਨਾਂ ਨੂੰ ਉਧਰ ਛੱਡ ਕੇ ਤੇ ਸਿਰਫ ਔਰ ਸਿਰਫ ਆਪਣੀ ਗੇਮ ਦੀ ਤਰਫ ਤਵੱਜੋ ਦੇਣੀ ਚਾਹੀਦੀ ਹੈ। ਤੇ ਮੇਰਾ ਖਿਆਲ ਹੈ ਕਿ ਅਗਰ ਜਿੱਤ ਨਹੀਂ ਵੀ ਸਕਦੇ ਹੈਗੇ ਨਾ ਤੇ ਮੇਰਾ ਖਿਆਲ ਹੈ ਬਹੁਤ ਹੀ ਅੱਛੀ ਇਹ ਫਾਈਟ ਕਰ ਸਕਦੇ ਹੈਗੇ ਨੇ। ਤੇ ਇੱਕ ਹੋਰ ਮੈਂ ਤੁਹਾਨੂੰ ਮੁਫਾਦ ਸਾਹਿਬ ਦੱਸ ਦਿਆਂ, ਸਾਡਾ ਜਿਹੜਾ ਵਰਲਡ ਕੱਪ ਦੇ ਵਿੱਚ ਗਰੁੱਪ ਹੈਗਾ ਨਾ, ਗਰੁੱਪ ਡੀ, ਇਹ ਟਫ ਹੈਗਾ। ਇਹ ਸਾਨੂੰ ਮੰਨਣਾ ਪਏਗਾ। ਸਾਡੇ ਨਾਲ ਇੰਗਲੈਂਡ ਵੀ ਹੈ, ਸਾਡੇ ਨਾਲ ਇੰਡੀਆ ਵੀ 19 ਤਰੀਕ ਨੂੰ ਸਾਡਾ ਇੰਡੀਆ ਦੇ ਨਾਲ ਵੀ ਮੁਕਾਬਲਾ ਹੈਗਾ। ਲੇਕਿਨ ਇਸ ਹਵਾਲੇ ਨਾਲ ਇੱਕ ਅੱਛੀ ਚੀਜ਼ ਵੀ ਹੈਗੀ ਹੈ ਕਿ ਜਦੋਂ ਇੰਡੀਆ ਔਰ ਪਾਕਿਸਤਾਨ ਦਾ ਮੁਕਾਬਲਾ ਹੁੰਦਾ ਹੈ ਨਾ, ਉਹ ਇੱਕ ਜਜ਼ਬਾ ਹੀ ਹੋਰ ਹੁੰਦਾ ਹੈ। ਉਸ ਵਕਤ ਇਹ ਨਹੀਂ ਦੇਖਿਆ ਜਾਂਦਾ ਕਿ ਇੰਡੀਆ ਆਲਮੀ ਰੈਂਕਿੰਗ 'ਚ ਕਿਹੜੇ ਨੰਬਰ ਤੇ ਔਰ ਪਾਕਿਸਤਾਨ ਕਿਹੜੇ ਤੇ ਹੈਗੇ ਆ। ਉਸ ਵਕਤ ਟੀਮਾਂ ਦੇ ਸਕਿੱਲ ਨਹੀਂ, ਟੀਮਾਂ ਦੇ ਜਿਹੜੇ ਖਿਲਾੜੀ ਹੈਗੇ ਨੇ ਉਹਨਾਂ ਦਾ ਜਜ਼ਬਾ ਲੜਦਾ ਹੈਗਾ। ਤਾਂ ਮੇਰਾ ਖਿਆਲ ਹੈ ਬਹੁਤ ਅੱਛੀ ਪਾਕਿਸਤਾਨ ਵਾਸਤੇ ਇੱਕ ਪੋਜ਼ਿਟਿਵ ਸਾਈਨ ਹੈ। ਅਗਰ ਪਾਕਿਸਤਾਨ, ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ ਵਾਂ ਕਿ ਇੰਗਲੈਂਡ ਜਾਂ ਇੰਡੀਆ ਦੇ ਵਿੱਚੋਂ ਇੱਕ ਮੈਚ ਵੀ ਪਾਕਿਸਤਾਨ ਜਿੱਤਣ 'ਚ ਕਾਮਯਾਬ ਹੋ ਜਾਂਦਾ ਹੈ ਤਾਂ ਅੱਗੇ ਵੇਲਸ ਨੂੰ ਪਾਕਿਸਤਾਨ ਈਜ਼ੀਲੀ ਹਰਾ ਲੇਗਾ ਤੇ ਅੱਗੇ ਜਾਣ ਦੇ ਇਹਨਾਂ ਦੇ ਚਾਂਸਿਸ ਬਹੁਤ ਜ਼ਿਆਦਾ ਵੱਧ ਸਕਦੇ ਹੈਗੇ ਨੇ। ਲੇਕਿਨ ਮੁੰਡਿਆਂ ਨੂੰ ਜਿਹੜੇ ਹੈਗੇ ਨੇ ਨਾ ਬਿਲਕੁਲ ਨਵੇਂ ਹੌਸਲੇ, ਨਵੇਂ ਅਜ਼ਮ ਦੇ ਨਾਲ ਬਿਲਕੁਲ ਮੈਦਾਨ 'ਚ ਉਤਰਨਾ ਚਾਹੀਦਾ ਹੈ ਔਰ ਭੁੱਲ ਜਾਣ ਕਿ ਦੁਨੀਆ ਦੀ ਵੱਡੀ ਟੀਮ ਹੈ ਜਾਂ ਛੋਟੀ ਟੀਮ ਹੈਗੀ ਹੈ। ਅੱਛਾ ਖੇਲ ਪੇਸ਼ ਕਰਨ ਜਿਹੜੀ ਫਤਿਹ ਪਾਕਿਸਤਾਨ ਟੀਮ ਦਾ ਮੁਕੱਦਰ ਬਣੇ।